फोन कॉल करने वाले सावधान, अज तो होया वड्डा बदलाव। जी हाँ दोस्तों, तुहानू दस्सीए कि देश विच अज तो 15 जनवरी तो दूरसंचार के खेत्र च खास बदलाव होया है। दरअसल अज 15 जनवरी तो लैंडलाइन तो मोबाइल ते कॉल करदे समय पहला जीरो लगाना होवेगा। दूरसंचार विभाग ने हाल ही विच लैंडलाइन तो मोबाइल नंबर डायल करन तो पहला जीरो लगाउण दे हुकम दित्ते ने। हुण बिना जीरो मोबाइल ते कॉल कंटैक्ट करन दी दिक्कतां दा सामना करना पै सकदा है। उत्थे ही दूरसंचार विभाग दा फैसला ग्राहकां तक पहुंचाया जा रहा है। दूरसंचार कंपनियां अपने लैंडलाइन उपभोक्ता नूं हाल ही विच जानकारी दित्ती सी कि 15 जनवरी 2021 तो दूरसंचार विभागां दे हुकमां दे तहत लैंडलाइन तो किसी मोबाइल ते फोन करते समय नंबर तो पहला जीरो लगाना होवेगा। जीरो लगाने तो पहला ही लैंडलाइन तो मोबाइल ते कॉल कंटैक्ट हो सकेगा। वादे हां जी अगली खबर वाल, खेती कानूनां बारे IMF दा वड्डा बदलाव, किसानां लई बेहतर करार। जी हाँ दोस्तों, तुहानू दस्सीए कि अंतरराष्ट्रीय मुद्रा कोष ने भारत दे नਵੇਂ खेती कानून दा समर्थन करदिਆਂ होइਆਂ इन्हां खेती खेतरां 'ਚ सुधारां ਲਈ ਇੱਕ महत्वपूर्ण ਦੱਸਿਆ ਹੈ। ਹਾਲਾਂਕਿ ਨਾਲ ਹੀ ਕਿਹਾ ਕਿ ਨਵੀਂ ਪ੍ਰਣਾਲੀ 'ਚ परिवर्तन ਦੇ ਕਾਰਨ ਜੋ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ ਉਹਨਾਂ ਨੂੰ ਲੋੜੀਂਦਾ ਰੂਪ 'ਚ ਸੁਰੱਖਿਆ ਕੀਤਾ ਜਾਣਾ ਚਾਹੀਦਾ ਹੈ। IMF 'ਚ ਸੰਚਾਰ ਦੇ ਨਿਰਦੇਸ਼ਕ ਗੈਰੀ ਰਾਈਸ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਖੇਤੀ ਸੁਧਾਰਾਂ ਲਈ ਬਿੱਲ ਇੱਕ ਮਹੱਤਵਪੂਰਨ ਕਦਮ ਦੀ ਪ੍ਰਤੀਨਿਧਤਾ ਕਰਨ ਦੀ ਸਮਰੱਥਾ ਰੱਖਦੇ ਹਨ। ਇਹਨਾਂ ਉਪਾਵਾਂ ਨਾਲ ਕਿਸਾਨਾਂ ਨੂੰ ਵਿਕਰਤਾਵਾਂ ਦੇ ਨਾਲ ਸਿੱਧਾ ਕਰਾਰ ਕਰਨ 'ਚ ਮਦਦ ਮਿਲੇਗੀ, ਜਿਸ ਨਾਲ ਕਿਸਾਨਾਂ ਨੂੰ ਵਿਚੋਲਿਆਂ ਦੀ ਭੂਮਿਕਾ ਨੂੰ ਘੱਟ ਕਰਕੇ ਜ਼ਿਆਦਾ ਹਿੱਸੇਦਾਰੀ ਬਣਾਈ ਰੱਖਣ 'ਚ ਮਦਦ ਕਰੇਗੀ। ਇਸ ਨਾਲ ਕੁਸ਼ਲਤਾ 'ਚ ਵਾਧਾ ਤੇ ਗ੍ਰਾਮੀਣ ਵਿਕਾਸ ਵਿੱਚ ਸਹਾਇਤਾ ਮਿਲੇਗੀ। ਵਾਧੇ ਹਾਂ ਜੀ ਅਗਲੀ ਖਬਰ ਵੱਲ, ਮੋਦੀ ਸਰਕਾਰ ਕਿਸਾਨਾਂ ਲਈ ਕਰ ਸਕਦੀ ਹੈ ਵੱਡਾ ਐਲਾਨ, ਵਿੱਤ ਮੰਤਰਾਲੇ ਕਰ ਰਿਹਾ ਹੈ ਤਿਆਰੀ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ ਦੋ ਹਿੱਸਿਆਂ ਵਿੱਚ 8 ਅਪ੍ਰੈਲ ਤੱਕ ਚੱਲੇਗਾ। ਬਜਟ ਸੈਸ਼ਨ ਦਾ ਪਹਿਲਾ ਗੇਟ 29 ਜਨਵਰੀ ਤੋਂ ਸ਼ੁਰੂ ਹੋ ਕੇ 15 ਫਰਵਰੀ ਤੱਕ ਚੱਲੇਗਾ, ਜਦਕਿ ਦੂਜਾ ਗੇਟ 8 ਮਾਰਚ ਤੋਂ 8 ਅਪ੍ਰੈਲ ਤੱਕ ਚੱਲੇਗਾ। ਬਜਟ ਨੂੰ ਲੈ ਕੇ ਵਿੱਤ ਮੰਤਰਾਲੇ ਤਿਆਰੀਆਂ ਕਰ ਰਿਹਾ ਹੈ, ਜਦਕਿ ਦੇਸ਼ ਦੀ ਅਰਥ ਵਿਵਸਥਾ ਨੂੰ ਗਤੀ ਦੇਣ ਲਈ ਪ੍ਰਧਾਨ ਮੰਤਰੀ ਖੁਦ ਵੀ ਲਗਾਤਾਰ ਬੈਠਕ ਕਰ ਰਹੇ ਨੇ। ਕਿਸਾਨ ਅੰਦੋਲਨ ਵਿੱਚ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰ ਦੇ ਬਜਟ ਵਿੱਚ ਖੇਤੀ ਦੇ ਕਿਸਾਨਾਂ ਨੂੰ ਲੈ ਕੇ ਸਰਕਾਰ ਵੱਡਾ ਐਲਾਨ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ PM ਕਿਸਾਨ ਨਿਧੀ ਸਕੀਮ ਤਹਿਤ ਮਿਲਣ ਵਾਲੇ 6,000 ਰੁਪਏ ਸਾਲਾਨਾ ਵਧਾ ਕੇ 10,000 ਤੱਕ ਕਰ ਸਕਦੀ ਹੈ। ਦਰਅਸਲ ਕਿਸਾਨ ਕੇਂਦਰ ਸਰਕਾਰ ਤੋਂ ਇਸ ਸਕੀਮ ਨੂੰ ਵਧਾਉਣ ਦੀ ਮੰਗ ਕਰ ਰਹੇ ਨੇ। ਕਿਸਾਨਾਂ ਦੀ ਦਲੀਪ ਹੈ ਕਿ 6,000 ਰੁਪਏ ਸਾਲਾਨਾ ਰਕਮ ਘੱਟ ਹੈ। ਇਸ ਯੋਜਨਾ ਤਹਿਤ ਉਹਨਾਂ ਨੂੰ ਪ੍ਰਤੀ ਮਹੀਨਾ 500 ਰੁਪਏ ਰਕਮ ਮਿਲਦੀ ਹੈ, ਜੋ ਵਾਧੂ ਨਹੀਂ ਹੈ। ਵਾਧੇ ਹਾਂ ਜੀ ਅਗਲੀ ਖਬਰ ਵੱਲ, ਬਾਈਡਨ ਦਾ ਵੱਡਾ ਐਲਾਨ, ਹਰ ਅਮਰੀਕੀ ਦੇ ਖਾਤੇ ਵਿੱਚ ਪਾਉਣਗੇ $1400। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਜੋ ਬਾਈਡਨ ਨੇ ਆਪਣਾ ਸਭ ਤੋਂ ਅਹਿਮ ਚੋਣ ਵਾਅਦਾ ਪੂਰਾ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ। ਬਾਈਡਨ ਨੇ ਕਰੋਨਾ ਕਾਰਨ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈ ਅਮਰੀਕੀ ਆਰਥਿਕਤਾ ਨੂੰ ਮੁੜ ਲਈ ਤੇ ਪਾਉਣ ਲਈ $1.9 ਲੱਖ ਕਰੋੜ ਦਾ $1.9 ਲੱਖ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਹੈ। ਇਸ ਨੂੰ ਕੁਝ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ ਹੈ। ਪੈਕੇਜ ਨੂੰ ਸੰਸਦ ਦੇ ਦੋਨਾਂ ਸਦਨਾਂ ਵਿੱਚ ਪਾਸ ਕਰਵਾਉਣਾ ਹੋਵੇਗਾ। ਮੋਟੇ ਤੌਰ ਤੇ ਦੇਖੀਏ ਤਾਂ ਪੈਕੇਜ ਲਾਗੂ ਹੋਣ ਤੋਂ ਬਾਅਦ ਹਰ ਅਮਰੀਕੀ ਦੇ ਖਾਤੇ ਵਿੱਚ $1400 ਭੇਜੇ ਜਾਣਗੇ। ਇੱਕ ਹੋਰ ਖਾਸ ਗੱਲ ਇਹ ਹੈ ਕਿ ਬਾਈਡਨ ਦੇ ਪੈਕੇਜ ਵਿੱਚ ਛੋਟੇ ਕਾਰੋਬਾਰੀਆਂ ਨੂੰ ਵੀ ਰਾਹਤ ਦਿੱਤੀ ਗਈ ਹੈ। ਪੈਕੇਜ ਨੂੰ ਅਮਰੀਕਨ ਰੈਸਕਿਊ ਪਲਾਨ ਦਾ ਨਾਂ ਦਿੱਤਾ ਗਿਆ ਹੈ। ਇਸ ਪੈਕੇਜ ਦਾ ਸਿਰਫ ਇੱਕ ਮਕਸਦ ਅਮਰੀਕੀ ਅਰਥ ਵਿਵਸਥਾ ਨੂੰ ਪਟੜੀ ਤੇ ਚਾੜਨਾ ਹੈ। ਵਾਧੇ ਹਾਂ ਜੀ ਅਗਲੀ ਖਬਰ ਵੱਲ, WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਹੈ ਕਿ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੋਕ ਹਿੱਤ ਪਟੀਸ਼ਨਰ PIL ਜ਼ਰੀਏ ਦਿੱਲੀ ਦੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨਰ ਨੇ ਆਪਣੇ ਦਲੀਲ ਵਿੱਚ ਕਿਹਾ ਕਿ WhatsApp ਦੀ ਨਵੀਂ ਪ੍ਰਾਈਵੇਸੀ ਦੇ ਅਧਿਕਾਰ ਦੀ ਉਲੰਘਣਾ ਹੈ। ਸੁਪਰੀਮ ਕੋਰਟ ਨਿੱਜਤਾ ਦੇ ਅਧਿਕਾਰਤ ਰਾਈਟ ਟੂ ਪ੍ਰਾਈਵੇਸੀ ਨੂੰ ਮੌਲਿਕ ਅਧਿਕਾਰ ਕਰਾਰ ਦੇ ਚੁੱਕਾ ਹੈ। ਪਟੀਸ਼ਨਰ ਵਿੱਚ ਕਿਹਾ ਗਿਆ ਕਿ WhatsApp ਅਤੇ Facebook ਵਰਗੇ ਪਲੇਟਫਾਰਮ ਪਹਿਲਾਂ ਤੋਂ ਹੀ ਬਿਨਾਂ ਅਧਿਕਾਰਤ ਤਰੀਕੇ ਨਾਲ ਤੀਜੀ ਧਿਰ ਨਾਲ ਯੂਜ਼ਰ 'ਚ ਡਾਟਾ ਸਾਂਝਾ ਕਰ ਰਹੇ ਨੇ। ਇਸ ਵਿੱਚ ਇਹ ਵੀ ਕਿਹਾ ਗਿਆ ਕਿ WhatsApp ਨੇ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਸਰਕਾਰ ਦੀ ਇਜਾਜ਼ਤ ਲਏ ਬਿਨਾਂ ਲਿਆਤੀ ਹੈ। ਪਟੀਸ਼ਨਰ ਕਰਤਾ ਨੇ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਤੁਰੰਤ ਰੋਕ ਦੀ ਮੰਗ ਕੀਤੀ ਹੈ। ਵਾਧੇ ਹਾਂ ਜੀ ਅਗਲੀ ਖਬਰ ਵੱਲ, ਦਿੱਲੀ ਕਟੜਾ ਐਕਸਪ੍ਰੈਸ ਵੇ ਕੈਪਟਨ ਦੀ ਮਹਿਲਾ ਤੱਕ ਪਹੁੰਚਿਆ ਕਿਸਾਨਾਂ ਦੇ ਗੁੱਸੇ ਦਾ ਸੇਕ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਗੁੱਸੇ ਦਾ ਸੇਕ ਅੱਜ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾ ਤੱਕ ਪਹੁੰਚ ਗਿਆ ਹੈ। ਕਿਸਾਨ ਅੰਦੋਲਨ ਦੀ ਹਮਾਇਤੀ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇ ਲਈ ਜ਼ਮੀਨ ਦੇਣ ਤੋਂ ਇਨਕਾਰ ਕਰਨ ਵਾਲੇ 11 ਜ਼ਿਲ੍ਹਿਆਂ ਦੇ ਕਿਸਾਨ ਅੱਜ ਸ਼ਾਹੀ ਸ਼ਹਿਰ ਪਟਿਆਲਾ ਪਹੁੰਚ ਗਏ ਨੇ। ਇਹ ਹਜ਼ਾਰ ਕਿਸਾਨ ਅੱਜ ਮੁੱਖ ਮੰਤਰੀ ਦੀ ਰਿਹਾਇਸ਼ੀ ਸਾਹਮਣੇ ਧਰਨਾ ਦੇ ਰਹੇ ਨੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ
ਕਟੜਾ ਐਕਸਪ੍ਰੈਸ ਵੇ ਜਾਮਨਗਰ ਵਾਲਿਆਂ ਬਠਿੰਡਾ ਐਕਸਪ੍ਰੈਸ ਵੇ ਤੇ ਪਿੰਡ ਵੱਲੋਵਾਲ ਤੋਂ ਵਾਇਆ ਬਰਨਾਲਾ ਹੋ ਕੇ ਬਠਿੰਡਾ ਜਾ ਰਹੀ ਹੈ। ਬਠਿੰਡਾ ਜਾ ਰਹੀ ਨਵੀਂ ਸੜਕ ਲਈ ਜ਼ਮੀਨ ਨਹੀਂ ਦੇਣਗੇ। ਉਹਨਾਂ ਨੇ ਕਿਹਾ ਕਿ ਅੱਜ ਪੱਕੇ ਤੌਰ ਤੇ ਪੰਜਾਬ ਸਰਕਾਰ ਖਿਲਾਫ ਧਰਨਾ ਲਗਾਉਣ ਆਏ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਨੂੰ ਬਰਬਾਦ ਕਰਨ ਤੇ ਲੱਗੀ ਹੋਈ ਹੈ ਤੇ ਹੁਣ ਨਵੇਂ ਖੇਤੀ ਕਾਨੂੰਨ ਰਾਹੀਂ ਕਾਰਪੋਰੇਟਰਾਂ ਲਾਹਾਂ ਬਚਾਉਣ ਲਈ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਕਟੜਾ ਐਕਸਪ੍ਰੈਸ ਕੱਢ ਰਹੀ ਹੈ। ਵਾਦੇ ਹਾਂ ਜੀ ਅਗਲੀ ਖਬਰ ਵੱਲ। ਸ਼ਰਾਬ ਪੀਣ ਵਾਲੇ ਸਾਵਧਾਨ, ਹੋਸ਼ ਉਡਾ ਦੇਗੀ ਨਵੀਂ ਖੋਜ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਇੱਕ ਨਵੀਂ ਖੋਜ ਅਨੁਸਾਰ ਇੱਕ ਦਿਨ ਵਿੱਚ ਸ਼ਰਾਬ ਦਾ ਇੱਕ ਛੋਟਾ ਗਿਲਾਸ ਪੀਣ ਦਾ ਸਬੰਧ ਦਿਲ ਦੀਆਂ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ। ਖੋਜਕਾਰਾਂ ਨੇ 1 ਲੱਖ ਤੋਂ ਵੱਧ ਲੋਕਾਂ ਦੇ ਦਿਲ ਦੀ ਸਿਹਤ ਤੇ ਪੀਣ ਵਾਲੀਆਂ ਆਦਤਾਂ ਦਾ ਪ੍ਰੀਖਣ ਕੀਤਾ ਹੈ। ਖੋਜ ਵਿੱਚ ਸ਼ਾਮਿਲ ਲੋਕਾਂ ਦੀ ਉਮਰ 24 ਸਾਲ ਤੋਂ 97 ਸਾਲ ਦੀ ਸੀ। ਯੂਰਪੀ ਸੁਸਾਇਟੀ ਆਫ ਕਾਰਡੀਓਲੋਜੀ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਸਵੀਡਨ, ਨਾਰਵੇ, ਫਿਨਲੈਂਡ, ਡੈਨਮਾਰਕ ਤੇ ਇਟਲੀ ਦੇ ਲੋਕਾਂ ਦਾ ਡਾਟਾ ਸੀ। ਉਹਨਾਂ ਦੇ ਵਿਸ਼ਲੇਸ਼ਣ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਮਾਨਤਾ ਦੀ ਪੁਸ਼ਟੀ ਹੋਈ ਹੈ। ਅਲਕੋਹਲ ਦੀ ਮਾਮੂਲੀ ਮਾਤਰਾ ਦਿਲ ਦੇ ਨਾਕਾਮ ਹੋਣ ਦੀ ਹਿਫਾਜ਼ਤ ਕਰਦੀ ਹੈ। ਭਾਵ ਇਥਨੋਲ ਦੀ 20 ਗ੍ਰਾਮ ਮਾਤਰਾ ਆਦਰਸ਼ ਹੈ। ਇਹ ਮਾਤਰਾ ਉਸ ਸਥਿਤੀ ਲਈ ਸੱਚ ਸਿੱਧੀ ਹੁੰਦੀ ਹੈ ਜਿਸ ਨੂੰ ਦਿਲ ਦੀਆਂ ਅਨਿਯਮਿਤ ਧੜਕਣਾਂ ਹਾਰਟ ਇਰੀਥੀਮੀਆ ਕਿਹਾ ਜਾਂਦਾ ਹੈ। ਖੋਜ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਇੱਕ ਦਿਨ ਵਿੱਚ ਇੱਕ ਛੋਟਾ ਡਰਿੰਕ ਪੀਣ ਦੇ ਲੰਬੇ ਸਮੇਂ ਤੱਕ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਨੇ। ਖੋਜਕਾਰਾਂ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਉਸ ਤੱਕ ਇੱਕ ਦਿਨ ਵਿੱਚ 12 ਗ੍ਰਾਮ ਇਥਨੋਲ ਪੀਤਾ, ਭਾਵ ਬੀਅਰ ਜਾਂ ਸ਼ਰਾਬ ਦੇ ਇੱਕ ਛੋਟੇ ਗਲਾਸ ਦੇ ਬਰਾਬਰ ਪੀਣ ਦੀ ਗੱਲ ਆਖੀ ਹੈ, ਉਹਨਾਂ ਦੇ ਦਿਲ ਦੀਆਂ ਅਨਿਯਮਿਤ ਧੜਕਣਾਂ ਦਾ ਖਤਰਾ ਡਰਿੰਕ ਬਿਲਕੁਲ ਨਾ ਪੀਣ ਦੇ ਮੁਕਾਬਲੇ 14 ਸਾਲ ਅੰਦਰ 20% ਵੱਧ ਗਿਆ ਏ। ਵਾਦੇ ਹਾਂ ਜੀ ਅਗਲੀ ਖਬਰ ਵੱਲ। ਰੇਲਵੇ ਨੇ ਕੱਢੀਆਂ 14,000 ਅਸਾਮੀਆਂ, ਜਾਣੋ ਨਵ ਨਿਯੁਕਤ ਚੇਅਰਮੈਨ ਨੇ ਕੀ ਕਿਹਾ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਹੈ ਕਿ ਰੇਲਵੇ ਬੋਰਡ ਨੇ ਨਵਨਿਯੁਕਤ ਚੇਅਰਮੈਨ ਦੇ CEO ਸੁਨੀਤਾ ਸ਼ਰਮਾ ਨੇ ਕਿਹਾ ਕਿ ਰੇਲਵੇ ਵਿੱਚ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਛੇਤੀ ਸਾਰੀਆਂ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ। ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਰੇਲਵੇ ਭਰਤੀ ਬੋਰਡਾਂ ਰਾਹੀਂ ਪ੍ਰੀਖਿਆ ਸ਼ੁਰੂ ਕਰ ਦਿੱਤੀਆਂ ਨੇ। ਦਸੰਬਰ ਵਿੱਚ ਪ੍ਰੀਖਿਆਵਾਂ ਹੋਈਆਂ ਨੇ। ਇਹ ਇੱਕ ਨਿਰੰਤਰ ਪ੍ਰਕਿਰਿਆ ਹੈ ਤੇ ਵੱਡੀ ਗਿਣਤੀ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ। ਅਸੀਂ ਉਮੀਦਵਾਰਾਂ ਦੀ ਸਹੂਲਤਾਂ ਦਾ ਖਿਆਲ ਰੱਖਾਂਗੇ ਤਾਂ ਕਿ ਉਹ ਠੀਕ ਤਰ੍ਹਾਂ ਪ੍ਰੀਖਿਆ ਦੇ ਸਕਣ। ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੀਆਂ ਅਸਾਮੀਆਂ ਭਰ ਲਵਾਂਗੇ। ਉਹਨਾਂ ਨੇ ਕਿਹਾ ਕਿ ਜਿੰਨੇ ਚੁਣੇ ਗਏ ਅਸਿਸਟੈਂਟ ਪਾਇਲਟ ਨੂੰ ਸਿਖਲਾਈ ਨਹੀਂ ਮਿਲੀ, ਉਹਨਾਂ ਨੂੰ ਛੇਤੀ ਇਸ ਦਾ ਸੁਨੇਹਾ ਮਿਲ ਜਾਵੇਗਾ। ਵਾਦੇ ਹਾਂ ਜੀ ਅਗਲੀ ਖਬਰ ਵੱਲ। ਕੇਂਦਰ ਸਰਕਾਰ ਦਾ ਤੋਹਫਾ, ਹੁਣ ਇਹਨਾਂ ਲੋਕਾਂ ਨੂੰ ਮਿਲੇਗੀ PF ਪੈਨਸ਼ਨ ਦੇ ਲਾਭ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਦੇਸ਼ ਦੇ ਮੁਲਾਕਾਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਉਹਨਾਂ ਨੂੰ ਸਮਾਜਿਕ ਸੁਰੱਖਿਆ ਦੇ ਦਾਇਰੇ 'ਚ ਲਿਆਉਣ ਦਾ ਫੈਸਲਾ ਲਿਆ ਗਿਆ ਹੈ। ਨਾਲ ਹੀ PF ਅਤੇ ਪੈਨਸ਼ਨ ਦਾ ਲਾਭ ਵੀ ਮਿਲੇਗਾ। ਇਸ ਪ੍ਰਸਤਾਵ ਨੂੰ ਸਰਕਾਰ ਨੇ ਸਿਧਾਇਕ ਮਨਜ਼ੂਰੀ ਦਿੱਤੀ ਹੈ। ਇਸ ਲਾਭ ਨੂੰ 4 ਲੱਖ ਮਲਾਹਾਂ ਨੂੰ ਹੋਵੇਗਾ। ਭਾਰਤੀ ਰਾਸ਼ਟਰੀ ਸਮੁੰਦਰੀ ਜਹਾਜ਼ ਯੂਨੀਅਨ ਕਰਮਚਾਰੀ ਕਲਿਆਣ ਯੋਜਨਾ ਨੂੰ ਮਨਜ਼ੂਰੀ ਲਈ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ। NUSI ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰ ਨੇ ਫੈਸਲੇ ਦਾ ਲਾਭ ਦੇਸ਼ ਦੇ ਵਿਦੇਸ਼ ਜਹਾਜ਼ਾਂ ਦੇ ਸਾਰੇ ਬੱਦਲਾਂ ਨੂੰ ਲਗਭਗ 4 ਲੱਖ ਭਾਰਤੀ ਮਲਾਹਾਂ ਨੂੰ ਹੋਵੇਗਾ। ਪਿਛਲੇ ਸਾਲ ਜੂਨ ਨੂੰ NUSI ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਲਾਹਾਂ ਨੂੰ ਲਾਭ ਦੇਣ ਦੀ ਬੇਨਤੀ ਕੀਤੀ ਸੀ। ਮਲਾਹ ਸੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ PF, ਗ੍ਰੈਜੂਏਟੀ ਤੇ ਪੈਨਸ਼ਨ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ। NUSI ਦੇ ਮਹਾਸਕੱਤਰ ਨੇ ਅਬਦੁਲ ਗਨੀ ਵਾਈ ਸ਼ਰਾਗ ਨੇ ਦੱਸਿਆ ਕਿ ਸ਼ਿਪਿੰਗ ਦੇ ਡਾਇਰੈਕਟਰ ਜਨਰਲ ਅਮਿਤਾਭ ਕੁਮਾਰ ਦੀ ਪ੍ਰਧਾਨਗੀ 'ਚ ਹਾਲ ਹੀ ਵਿੱਚ ਇੱਕ ਬੈਠਕ ਹੋਈ ਸੀ।